ਹੈਲੋ ਫਰੈਂਡਸ, ਵੈਲਕਮ ਟੂ ਜਨ ਹਾਈਫਾਈ ਕੇ ਗੁਰੂ ਜੀ। ਹਾਂਜੀ, ਅੱਜ ਦੀ ਕਲਾਸ ਵਿੱਚ ਆਪਾਂ ਕੀ ਪੜਾਂਗੇ? 1786 ਦਾ ਅਧਿਨਿਯਮ ਬਾਰੇ ਪੜਾਂਗੇ। ਠੀਕ ਹੈ। ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਿਛਲੀ ਕਲਾਸ ਦੀ ਥੋੜੀ ਬਹੁਤ ਰਿਵੀਜ਼ਨ ਕਰ ਲੈਂਦੇ ਹਾਂ। ਪਿਛਲੀ ਕਲਾਸ ਵਿੱਚ ਆਪਾਂ ਕੀ ਪੜਿਆ ਸੀ? 1784 ਦਾ ਪਿਟਸ ਇੰਡੀਆ ਐਕਟ ਸੀ ਜਿਹੜਾ, ਉਹਦੇ ਬਾਰੇ ਆਪਾਂ ਚਰਚਾ ਕੀਤੀ ਸੀ। ਇਹਦੇ ਵਿੱਚ ਕੀ ਆਪਾਂ ਦੇਖਿਆ ਸੀ ਕਿ ਜਿਹੜਾ 1784 ਦਾ ਪਿਟਸ ਇੰਡੀਆ ਐਕਟ ਹੈ, ਇਹ ਲਿਆਂਦਾ ਗਿਆ ਸੀ ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ। ਫਿਰ ਆਪਾਂ ਇਹਦੇ ਵਿੱਚ ਇਹ ਵੀ ਦੇਖਿਆ ਸੀ ਕਿ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਨੂੰ ਦੂਰ ਕੀਤਾ ਗਿਆ ਸੀ। ਫਿਰ ਇਹਦੇ ਵਿੱਚ ਆਪਾਂ ਦੇਖਿਆ ਸੀ ਕਿ ਕੰਪਨੀ ਦੇ ਸ਼ਾਸਨ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਜਿਹੜੇ ਕੰਪਨੀ ਦੇ ਕੰਮ ਸੀਗੇ ਉਹਨਾਂ ਨੂੰ ਵੱਖੋ-ਵੱਖ ਕਰ ਦਿੱਤਾ ਗਿਆ ਸੀ। ਕਿਹੜੇ-ਕਿਹੜੇ ਕੰਮਾਂ ਵਿੱਚ? ਵਪਾਰਿਕ ਕੰਮ ਅੱਡ ਕਰ ਦਿੱਤੇ ਗਏ ਸੀ ਅਤੇ ਰਾਜਨੀਤਿਕ ਕੰਮ ਅੱਡ ਕਰ ਦਿੱਤੇ ਗਏ ਸੀ। ਰਾਜਨੀਤਿਕ ਕੰਮ ਕੌਣ ਦੇਖਦਾ ਸੀਗਾ? BOC ਰਾਜਨੀਤਿਕ ਕੰਮ ਦੇਖਦਾ ਸੀਗਾ, ਬੋਰਡ ਆਫ ਕੰਟਰੋਲ। ਅਤੇ ਕੰਪਨੀ ਦੇ ਵਪਾਰਿਕ ਕੰਮ ਕੌਣ ਦੇਖਦਾ ਸੀ? COD ਕੋਰਟ ਆਫ ਡਾਇਰੈਕਟਰ ਸੀ ਜਿਹੜਾ, ਉਹ ਦੇਖਦਾ ਸੀਗਾ ਕੰਪਨੀ ਦੇ ਵਪਾਰਿਕ ਕੰਮ। ਇਹਦੇ ਨਾਲ ਕੀ ਹੋਇਆ ਸੀ ਕਿ ਜਿਹੜਾ 1784 ਦਾ ਪਿਟਸ ਇੰਡੀਆ ਐਕਟ ਹੈ, ਇਹਦੇ ਨਾਲ ਕੰਪਨੀ ਦਾ ਕੰਮ ਸਿਰਫ ਵਪਾਰ ਕਰਨਾ ਹੀ ਰਹਿ ਗਿਆ ਸੀ। ਹੋਰ ਇਹਦੀ ਕੀ ਖਾਸੀਅਤ ਸੀ ਕਿ ਇਹਦੇ ਨਾਲ ਕੀ ਕੀਤਾ ਗਿਆ ਸੀ? ਜਿਹੜੇ ਗਵਰਨਰ ਜਨਰਲ ਜਿਹੜੀ ਗਵਰਨਰ ਜਨਰਲ ਦੀ ਕੌਂਸਲ ਸੀਗੀ, ਉਹਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 3 ਕਰ ਦਿੱਤੀ ਗਈ ਸੀਗੀ। ਇਹਨਾਂ 3 ਮੈਂਬਰਾਂ ਵਿੱਚੋਂ ਜਿਹੜਾ ਇੱਕ ਮੈਂਬਰ ਸੀਗਾ, ਉਹ ਪ੍ਰਾਂਤਾਂ ਵਿੱਚੋਂ ਇੱਕ ਚੀਫ ਇਨ ਕਮਾਂਡਰ ਚੁਣਿਆ ਜਾਂਦਾ ਸੀਗਾ। ਇਹ ਜਿਹੜੀਆਂ ਸਾਰੀਆਂ ਗੱਲਾਂ ਸੀਗੀਆਂ ਆਪਾਂ ਚਰਚਾ ਕੀਤੀ ਹੈ, ਇਹ ਸੀਗੀਆਂ 1784 ਦੇ ਪਿਟਸ ਇੰਡੀਆ ਐਕਟ ਦੀਆਂ। ਅੱਜ ਦੀ ਕਲਾਸ ਦੀ ਗੱਲ ਕਰੀਏ ਤਾਂ ਆਪਾਂ ਕਰਾਂਗੇ 1786 ਦਾ ਅਧਿਨਿਯਮ। ਆਪਾਂ ਇਹਦੀਆਂ ਦੇਖਾਂਗੇ ਕਿ ਕੀ ਇਹਦੀਆਂ ਵਿਸ਼ੇਸ਼ਤਾਵਾਂ ਸੀ। ਸ਼ੁਰੂ ਕਰਦੇ ਹਾਂ। 1786 ਵਿੱਚ ਲਾਰਡ ਕਾਰਨਵਾਲਿਸ ਨੂੰ ਬੰਗਾਲ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ। ਕਿਹਨੂੰ ਕੀਤਾ ਗਿਆ? ਲਾਰਡ ਕਾਰਨਵਾਲਿਸ ਨੂੰ ਬੰਗਾਲ ਦਾ ਗਵਰਨਰ ਜਨਰਲ ਬਣਾਇਆ ਗਿਆ। ਕਦੋਂ? 1786 ਵਿੱਚ। ਜਿਹੜੇ ਮੈਂ ਅੰਡਰਲਾਈਨ ਕਰੂੰ ਤੁਸੀਂ ਧਿਆਨ 'ਚ ਰੱਖਣੇ ਆ, ਇੰਪੋਰਟੈਂਟ ਆ ਸਾਰੇ। ਅੱਗੇ ਹੈ, ਉਸਨੇ ਇਹ ਸਵੀਕਾਰ ਕਰਨ ਲਈ 2 ਮੰਗਾਂ ਰੱਖੀਆਂ। ਕੀ ਸੀ? ਜਦੋਂ 1786 ਵਿੱਚ ਲਾਰਡ ਕਾਰਨਵਾਲਿਸ ਨੂੰ ਬੰਗਾਲ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਤਾਂ ਉਹਨਾਂ ਨਿਯੁਕਤ ਹੋਣ ਤੋਂ ਪਹਿਲਾਂ ਕੀ ਸੀ? ਆਪਣੀਆਂ 2 ਮੰਗਾਂ ਰੱਖੀਆਂ ਸੀ ਜਾਂ 2 ਸ਼ਰਤਾਂ ਰੱਖੀਆਂ ਸੀ। ਉਹ ਆਪਾਂ ਦੇਖਦੇ ਹਾਂ ਕਿ ਉਹਨੇ ਨਿਯੁਕਤ ਹੋਣ ਤੋਂ ਪਹਿਲਾਂ ਕਿਹੜੀਆਂ 2 ਮੰਗਾਂ ਆਪਣੀਆਂ ਜਾਂ ਸ਼ਰਤਾਂ ਰੱਖੀਆਂ ਸੀ। ਪਹਿਲੀ ਉਹਦੀ ਮੰਗ ਸੀਗੀ ਕਿ ਵਿਸ਼ੇਸ਼ ਮਾਮਲਿਆਂ ਵਿੱਚ ਉਸ ਨੂੰ ਆਪਣੀ ਕੌਂਸਲ ਦੇ ਫੈਸਲੇ ਦਾ ਨਾ ਮੰਨਣ ਦਾ ਅਧਿਕਾਰ ਹੋਵੇ। ਇਸ ਐਕਟ ਅਨੁਸਾਰ ਕੀ ਸੀ ਕਿ ਕਾਰਨਵਾਲਿਸ ਜਿਹੜਾ ਸੀਗਾ, ਉਹਨੇ ਪਹਿਲੀ ਮੰਗ ਇਹ ਰੱਖੀ ਕਿ ਜਿਹੜੇ ਵਿਸ਼ੇਸ਼ ਮਾਮਲੇ ਆ, ਵਿਸ਼ੇਸ਼ ਮਾਮਲਿਆਂ ਦਾ ਫੈਸਲਾ ਆਪਣੀ ਮਰਜ਼ੀ ਨਾਲ ਕਰ ਸਕੇ। ਉਹਦੇ ਵਿੱਚ ਉਹਦੀ ਕੌਂਸਲ ਦਾ ਕੋਈ ਵੀ ਇੰਟਰਫੇਅਰ ਨਹੀਂ ਹੋਣਾ ਚਾਹੀਦਾ। ਦੂਜੀ ਉਹਦੀ ਮੰਗ ਦੇਖਦੇ ਹਾਂ ਕਿ ਉਸ ਨੂੰ ਸੈਨਾਪਤੀ ਜਾਂ ਕਮਾਂਡਰ ਇਨ ਚੀਫ ਦਾ ਪਦ ਵੀ ਦਿੱਤਾ ਜਾਵੇ। ਦੂਜੀ ਸ਼ਰਤ ਵਿੱਚ ਕੀ ਕਿਹਾ ਉਹਨੇ? ਕਿ ਉਹਨੂੰ ਸੈਨਾਪਤੀ ਬਣਾਇਆ ਜਾਵੇ ਅਤੇ ਨਾਲ ਜਾਂ ਕਮਾਂਡਰ ਇਨ ਚੀਫ ਵੀ ਬਣਾਇਆ ਜਾਵੇ। ਇਹ ਸੀਗੀਆਂ ਉਹਦੀਆਂ 2 ਮੰਗਾਂ, ਜਿਹੜੀਆਂ 2 ਜਾਂ ਆਪਾਂ ਕਹਿ ਦਈਏ ਉਹਦੀਆਂ 2 ਸ਼ਰਤਾਂ ਸੀਗੀਆਂ। ਅੱਗੇ ਦੇਖਦੇ ਹਾਂ ਹੁਣ। ਉਪਰੋਕਤ ਸ਼ਰਤਾਂ ਨੂੰ 1786 ਦੇ ਕਾਨੂੰਨ ਵਿੱਚ ਜੋੜਿਆ ਗਿਆ। ਜਿਹੜੀਆਂ ਦੀ 2 ਸ਼ਰਤਾਂ ਸੀਗੀਆਂ ਲਾਰਡ ਕਾਰਨਵਾਲਿਸ ਦੀਆਂ, ਜਦੋਂ ਇਹਨਾਂ ਨੂੰ ਸ਼ਰਤਾਂ ਨੂੰ ਮੰਨ ਲਿਆ ਗਿਆ ਤਾਂ ਕੀ ਕੀਤਾ ਗਿਆ? ਇਹਨੂੰ 1786 ਦੇ ਕਾਨੂੰਨ ਵਿੱਚ ਜੋੜ ਦਿੱਤਾ ਗਿਆ ਸੀਗਾ ਮੰਨਣ ਤੋਂ ਬਾਅਦ। ਅੱਗੇ ਹੁਣ ਆਪਾਂ ਗੱਲ ਕਰੀਏ, ਇਸ ਨੇ ਗਵਰਨਰ ਜਨਰਲ ਨੂੰ ਉਸ ਦੇ ਅਧੀਨ ਆਈਆਂ ਪ੍ਰੈਜ਼ੀਡੈਂਸੀਆਂ ਦੀਆਂ ਸਰਕਾਰਾਂ ਦੇ ਉੱਪਰ ਅਧਿਕ ਨਿਯੰਤਰਣਕਾਰੀ ਸ਼ਕਤੀ ਪ੍ਰਦਾਨ ਕੀਤੀ। ਕੀ ਹੋਇਆ ਸੀ? ਜਦੋਂ ਇਹਦੀਆਂ 2 ਮੰਗਾਂ ਮੰਨ ਲਈਆਂ ਤਾਂ ਇਹਦੇ ਨਾਲ ਕੀ ਸੀ? ਉਹ ਵਿਸ਼ੇਸ਼ ਮਾਮਲਿਆਂ ਵਿੱਚ ਆਪਣਾ ਫੈਸਲਾ ਖੁਦ ਤੈਅ ਕਰਨ ਦਾ ਉਹਨੂੰ ਅਧਿਕਾਰ ਮਿਲ ਗਿਆ ਸੀ। ਇਹਦੇ ਨਾਲ ਕੀ ਹੋਇਆ ਸੀ? ਜਿਹੜਾ ਉਹਦਾ ਕੰਟਰੋਲ ਸੀਗਾ ਪ੍ਰੈਜ਼ੀਡੈਂਸੀ ਦੇ ਸਰਕਾਰਾਂ ਦੇ ਉੱਪਰ, ਉਹ ਵੱਧ ਗਿਆ ਸੀ ਕਿ ਉਹਨੂੰ ਚੰਗੀ ਤਰ੍ਹਾਂ ਉਹ ਕੰਟਰੋਲ ਕਰ ਸਕਦਾ ਸੀ। ਹੁਣ ਅੱਗੇ ਦੇਖਦੇ ਹਾਂ ਹੁਣ 1793 ਦਾ ਚਾਰਟਰ ਕਾਨੂੰਨ। ਇਹਦੇ ਵਿੱਚ ਦੇਖਦੇ ਹਾਂ ਕੀ ਕੁਛ ਹੋਇਆ। ਇਸ ਨੇ ਲਾਰਡ ਕਾਰਨਵਾਲਿਸ ਨੂੰ ਦਿੱਤੀ ਗਈ ਕੌਂਸਲ ਦੇ ਨਿਰਣਿਆਂ ਦੇ ਉੱਪਰ ਸ਼ਕਤੀ ਨੂੰ ਭਵਿੱਖ ਦੇ ਸਾਰੇ ਗਵਰਨਰ ਜਨਰਲਾਂ ਅਤੇ ਪ੍ਰੈਜ਼ੀਡੈਂਸੀਆਂ ਦੇ ਗਵਰਨਰ ਤੱਕ ਵਿਸਤਾਰਿਤ ਕੀਤਾ। ਇਹਦੇ 'ਚ ਕੀ ਆ ਕਿ ਜਿਹੜੀ ਸ਼ਕਤੀ ਕਾਰਨਵਾਲਿਸ ਨੂੰ ਮਿਲੀ ਸੀ, ਉਹ ਆਉਣ ਵਾਲੇ ਗਵਰਨਰ ਜਨਰਲਾਂ ਅਤੇ ਪ੍ਰੈਜ਼ੀਡੈਂਸੀਆਂ ਦੇ ਗਵਰਨਰਾਂ ਤੱਕ ਜਾਰੀ ਰਹੀ ਸੀਗੀ। ਅੱਗੇ ਦੇਖਦੇ ਹਾਂ ਹੁਣ। ਉਸਨੇ ਗਵਰਨਰ ਜਨਰਲ ਨੂੰ ਉਸ ਦੇ ਅਧੀਨ ਆਈਆਂ ਪ੍ਰੈਜ਼ੀਡੈਂਸੀਆਂ, ਬੰਬੇ ਅਤੇ ਮਦਰਾਸ ਦੀਆਂ ਸਰਕਾਰਾਂ ਦੇ ਉੱਪਰ ਅਧਿਕ ਨਿਯੰਤਰਣਕਾਰੀ ਸ਼ਕਤੀ ਪ੍ਰਦਾਨ ਕੀਤੀ। ਕੀ ਸੀ ਕਿ ਜਿਹੜਾ ਉਹਨੇ ਸ਼ਕਤੀਆਂ ਮੰਗੀਆਂ ਸੀ ਆਪਣੀਆਂ 2, ਉਹਦੇ ਨਾਲ ਕੀ ਹੋਇਆ? ਜਿਹੜੀਆਂ ਪ੍ਰੈਜ਼ੀਡੈਂਸੀਆਂ ਸੀਗੀਆਂ ਬੰਬੇ ਅਤੇ ਮਦਰਾਸ ਅਤੇ ਉਹਨਾਂ ਦੀ ਜਿਹੜੀਆਂ ਸਰਕਾਰਾਂ ਸੀਗੀਆਂ, ਉਹਨਾਂ ਉੱਪਰ ਉਹਨੂੰ ਕੰਟਰੋਲ ਕਰਨ ਦੀ ਸ਼ਕਤੀ ਜਿਹੜੀ ਵੱਧ ਗਈ ਸੀਗੀ। ਇਹਦੇ ਨਾਲ ਉਹਨੂੰ ਸੌਖੇ ਢੰਗ ਨਾਲ ਜਾਂ ਕਹਿ ਦਈਏ ਆਸਾਨੀ ਨਾਲ ਉਹਨਾਂ ਨੂੰ ਕੰਟਰੋਲ ਹੁਣ ਕਰ ਸਕਦਾ ਸੀਗਾ। ਅੱਗੇ ਹੈ, ਇਸ ਨੇ ਭਾਰਤ ਉੱਤੇ ਵਪਾਰ ਦੇ ਏਕਾਧਿਕਾਰ ਨੂੰ ਅਗਲੇ 20 ਸਾਲਾਂ ਦੀ ਅਵਧੀ ਤੱਕ ਵਧਾ ਦਿੱਤਾ ਗਾ।
ਕਿਹੜੇ ਕਾਨੂੰਨ ਨੇ? 1793 ਦੇ ਚਾਰਟਰ ਕਾਨੂੰਨ ਨੇ ਕੀ ਸੀ, ਜਿਹੜਾ ਭਾਰਤ ਤੇ ਵਪਾਰ ਸੀਗਾ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਹੋਇਆ ਉਹ 20 ਸਾਲਾਂ ਲਈ ਹੋਰ ਵਧਾ ਦਿੱਤਾ ਸੀਗਾ। ਅੱਗੇ ਦੇਖਦੇ ਹਾਂ ਹੁਣ, ਇਸ ਨੇ ਕਮਾਂਡਰ ਇਨ ਚੀਫ ਦੇ ਗਵਰਨਰ ਜਨਰਲ ਕੌਂਸਲ ਦੇ ਮੈਂਬਰ ਹੋਣ ਦੀ ਜ਼ਰੂਰਤ ਸਮਾਪਤ ਕਰ ਦਿੱਤੀ, ਹਾਲਾਂਕਿ ਉਹ ਉਸੇ ਰੂਪ ਵਿੱਚ ਹੀ ਨਿਯੁਕਤ ਕੀਤਾ ਜਾਵੇ। ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਕਮਾਂਡਰ ਇਨ ਚੀਫ ਹੋਊਗਾ ਕਿ ਉਹ ਜ਼ਰੂਰੀ ਨਹੀਂ ਕਿ ਜਿਹੜਾ ਗਵਰਨਰ ਜਨਰਲ ਦੀ ਕੌਂਸਲ ਦਾ ਹੀ ਮੈਂਬਰ ਹੋਵੇ, ਉਹ ਕੋਈ ਵੀ ਨਿਯੁਕਤ ਹੋ ਸਕਦਾ ਹੈ। ਕਿ ਜਿਹੜਾ ਕਾਰਨਵਾਲਿਸ ਸੀ ਉਹਨੇ ਕਿਹਾ ਸੀ ਕਿ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਵੀ ਦਿੱਤਾ ਜਾ ਸਕਦਾ ਹੈ, ਨਾ ਕਿ ਜ਼ਰੂਰੀ ਨਹੀਂ ਕਿ ਉਹ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਹੋਵੇ। ਫਿਰ ਕੀ ਹੈਗਾ, ਜਿਹੜੀ ਉਹਦੀ ਨਿਯੁਕਤੀ ਹੈ ਉਹਦੀ ਨਿਯੁਕਤੀ ਕਿਹੜੇ ਰੂਪ ਵਿੱਚ ਹੋਊਗੀ? ਜਿਹੜੇ ਰੂਪ ਵਿੱਚ ਉਹ ਪਹਿਲਾਂ ਚੁਣਿਆ ਜਾਂਦਾ ਸੀਗਾ। ਅੱਗੇ ਦੇਖਦੇ ਹਾਂ, ਇਸ ਨੇ ਪ੍ਰਬੰਧ ਕੀਤਾ ਕਿ ਬੋਰਡ ਆਫ ਕੰਟਰੋਲ ਦੇ ਮੈਂਬਰਾਂ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਭਾਰਤੀ ਰਾਜ ਸਭਾ ਵਿੱਚੋਂ ਹੀ ਭੁਗਤਾਨ ਕੀਤਾ ਜਾਵੇ। ਕਿਹਨਾਂ ਨੂੰ? BOC ਬੋਰਡ ਆਫ ਕੰਟਰੋਲ ਸੀ ਜਿਹੜਾ ਕੰਪਨੀ ਦੇ ਕਿਹੜੇ ਕੰਮ ਦੇਖਦਾ ਸੀਗਾ? ਰਾਜਨੀਤਿਕ ਕੰਮ ਦੇਖਦਾ ਸੀ। ਕੀ ਸੀ ਉਹਨਾਂ ਦਾ ਜਿਹੜਾ ਖਰਚਾ ਸੀਗਾ ਸਾਰਾ ਕਿੱਥੋਂ ਦਿੱਤਾ ਜਾਵੇ? ਭਾਰਤੀ ਰਾਜ ਸਭਾ ਵਿੱਚੋਂ ਮੈਂਬਰਾਂ ਤੇ ਕਰਮਚਾਰੀਆਂ ਦਾ। ਇਹ ਕੰਮ ਕਿੱਥੇ ਕਰਦੀ ਸੀ? ਇਹ ਸੀਗੀ ਬ੍ਰਿਟੇਨ ਵਿੱਚ ਸੀਗੀ, ਜਿਹੜੀ ਬ੍ਰਿਟੇਨ ਵਿੱਚ ਕੰਮ ਕਰਦੀ ਸੀਗੀ। ਅਤੇ ਇਹਨਾਂ ਦਾ ਜਿਹੜਾ ਖਰਚਾ ਕਿੱਥੋਂ ਦੇਣ ਦਾ ਪ੍ਰਾਵਧਾਨ ਕੀਤਾ ਗਿਆ? ਜਿਹੜਾ ਇਹਨਾਂ ਦਾ ਖਰਚਾ ਹੈ ਭਾਰਤੀ ਰਾਜ ਸਭਾ ਵਿੱਚੋਂ ਦੇਣ ਦਾ ਪ੍ਰਾਵਧਾਨ ਕੀਤਾ ਗਿਆ। ਕਿਹੜੇ ਐਕਟ ਨਾਲ? 1793 ਦੇ ਚਾਰਟਰ ਕਾਨੂੰਨ ਨਾਲ। ਇਸ ਦੇ ਨਾਲ ਹੀ ਆਪਣੇ 1786 ਅਤੇ 1793 ਦੇ ਜਿਹੜੇ ਐਕਟ ਪੂਰੇ ਹੁੰਦੇ ਆ। ਹੁਣ ਆਪਾਂ ਕਰਾਂਗੇ ਰੈਗੂਲੇਟਿੰਗ ਐਕਟ 1773 ਤੋਂ ਲੈ ਕੇ 1793 ਤੱਕ ਦੇ ਜਿੰਨੇ ਵੀ ਐਕਟ ਹੈ ਉਹਨਾਂ ਸਾਰਿਆਂ ਦੀ ਰਿਵੀਜ਼ਨ। ਕਿ ਤੁਸੀਂ ਇਹਨਾਂ ਨੂੰ ਕਿਸ ਢੰਗ ਨਾਲ ਯਾਦ ਕਰਨਾ ਹੈ, ਕਿ ਤੁਹਾਨੂੰ ਜਿਹੜਾ ਯਾਦ ਕਰਨ ਦਾ ਤਰੀਕਾ ਮੈਂ ਇਸ ਵਿੱਚ ਦੱਸੂਗਾ ਕਿ ਤੁਸੀਂ ਇਸ ਤਰੀਕੇ ਨਾਲ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਸਕਦੇ। ਰੱਖਣਾ ਹੈ ਕਿ ਜਿਹੜਾ ਰੈਗੂਲੇਟਿੰਗ ਐਕਟ ਸੀਗਾ ਇਹਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਰੈਗੂਲੇਟ ਕੀ ਸੀਗਾ। ਜਿਹੜਾ 1773 ਦਾ ਐਕਟ ਆਇਆ ਸੀ ਇਹਦੇ ਵਿੱਚ ਇਹਦਾ ਕੀ ਕੰਮ ਸੀਗਾ? ਮੁੱਖ ਤੌਰ 'ਤੇ ਕੰਪਨੀ ਨੂੰ ਰੈਗੂਲੇਟ ਕਰਨਾ। ਰੈਗੂਲੇਟ ਕੀ ਸੀ? ਉਹਨੂੰ ਚਲਾਉਣਾ, ਉਹਦੇ ਸ਼ਾਸਨ ਨੂੰ ਕਹਿ ਦਈਏ ਆਪਾਂ ਕਿ ਇੱਕ ਢਾਂਚਾ ਤਿਆਰ ਕੀਤਾ ਸੀਗਾ। ਠੀਕ ਹੈ, ਕੰਪਨੀ ਨੂੰ ਰੈਗੂਲੇਟ ਕਰਨ ਲਈ ਕੀ ਸੀ? ਉਹਦਾ ਢਾਂਚਾ ਤਿਆਰ ਕੀਤਾ ਸੀ। ਇਹਦੇ ਵਿੱਚ ਆਪਾਂ ਕੀ ਦੇਖਿਆ ਸੀਗਾ? ਰੈਗੂਲੇਟ ਕਰਨ ਲਈ ਕੀ ਕੀਤਾ ਸੀ ਉਹਨਾਂ ਨੇ ਕਿ ਇੱਕ ਬੰਗਾਲ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀਗਾ। ਇਹਦੇ ਨਾਲ ਹੀ ਆਪਾਂ ਦੇਖਿਆ ਸੀ 1773 ਦੇ ਰੈਗੂਲੇਟਿੰਗ ਐਕਟ ਦੇ ਨਾਲ 1774 ਵਿੱਚ ਸੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਐਕਟ ਦੇ ਅਕੋਰਡਿੰਗ ਪੁੱਛੇ ਤਾਂ 1773 ਦੀ ਸਥਾਪਨਾ ਕਦੋਂ ਕੀਤੀ ਗਈ ਸੁਪਰੀਮ ਕੋਰਟ ਦੀ? ਤਾਂ 1774 ਵਿੱਚ। ਇਹ ਖਾਸ ਗੱਲ ਸੀਗੀ ਉਹਦੀ। ਫਿਰ ਕੀ ਸੀ? ਜਿਹੜਾ ਗਵਰਨਰ ਜਨਰਲ ਸੀਗਾ ਉਹਦੇ ਚਲਾਉਣ ਲਈ ਸ਼ਾਸਨ ਨੂੰ ਕੰਪਨੀ ਦੇ ਉਹਦੇ ਕੀ ਸੀ? 4 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਸੀ ਜਿਹੜੇ ਕਿ ਗਵਰਨਰ ਜਨਰਲ ਦੀ ਸਹਾਇਤਾ ਕਰਨਗੇ। ਠੀਕ ਹੈ, ਇਸ ਤਰੀਕੇ ਨਾਲ ਜੇ ਤੁਸੀਂ ਯਾਦ ਰੱਖੋਗੇ ਨਾ ਕੰਪਨੀ ਨੂੰ ਰੈਗੂਲੇਟ ਤੋਂ ਯਾਦ ਆਉਣਾ ਚਾਹੀਦਾ ਕਿ ਰੈਗੂਲੇਟ ਕਰਨ ਲਈ ਕੀ ਕੁਛ ਕੀਤਾ ਜਾ ਸਕਦਾ ਹੈ। ਰੈਗੂਲੇਟ ਕਰਨ ਲਈ ਕੀ ਸੀ? ਉਹਨਾਂ ਨੂੰ ਇੱਕ ਗਵਰਨਰ ਜਨਰਲ ਦੀ ਜ਼ਰੂਰਤ ਸੀ ਅਤੇ ਗਵਰਨਰ ਜਨਰਲ ਦੀ ਸਹਾਇਤਾ ਲਈ ਕੀ ਸੀਗਾ ਕਿ ਇੱਕ ਉਹਦੀ ਕੌਂਸਲ ਦੀ ਲੋੜ ਸੀਗੀ। ਫਿਰ ਕੀ ਸੀਗਾ ਕਿ ਜਦੋਂ ਸ਼ਾਸਨ ਹੋ ਰਿਹਾ ਤਾਂ ਕੀ ਸੀ? ਇੱਕ ਨਿਆਂ ਕਰਨ ਲਈ ਸੁਪਰੀਮ ਕੋਰਟ ਦੀ ਵੀ ਜ਼ਰੂਰਤ ਸੀਗੀ ਜਿਹੜੀ ਕਿ 1773 ਵਿੱਚ ਇਹਨਾਂ ਨੇ ਕੀਤੀ ਸੀਗੀ। ਕਿ ਰੈਗੂਲੇਟ ਕਰਨ ਤੋਂ ਤੁਹਾਨੂੰ ਯਾਦ ਆਉਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਰੈਗੂਲੇਟ ਕੀਤਾ ਜਾ ਸਕਦਾ ਹੈ। ਫਿਰ ਅੱਗੇ ਹੁਣ ਆਪਾਂ ਗੱਲ ਕਰੀਏ 1781 ਦੇ ਸੰਸ਼ੋਧਨ ਅਧੀਨਿਯਮ ਦੀ। ਇਹ ਜੋ ਤੁਸੀਂ ਕਦੋਂ ਵੀ ਦੇਖੋ 1781 ਦਾ ਸੰਸ਼ੋਧਨ ਅਧੀਨਿਯਮ, ਤੁਹਾਨੂੰ ਇਹ ਪੜ੍ਹ ਕੇ ਸਿਰਫ ਤੁਹਾਡੇ ਮਨ ਵਿੱਚ ਇੱਕ ਗੱਲ ਹੀ ਹੋਣੀ ਚਾਹੀਦੀ ਹੈ ਕਿ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਕਟੌਤੀ। ਇਹਦੇ ਨਾਲ ਕੀ ਹੈ? ਜਦੋਂ ਤੁਹਾਨੂੰ 1781 ਦੇ ਨਾਲ ਤੁਸੀਂ ਇੱਕ ਲਾਈਨ ਯਾਦ ਕਰੋਗੇ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਕਟੌਤੀ, ਤਾਂ ਜਿਹੜੇ ਤੁਸੀਂ ਸਾਰੀਆਂ ਦੇ ਨਾਲ ਰਿਲੇਟਡ ਗੱਲਾਂ ਕਰ ਸਕਦੇ ਹੋ। ਹੁਣ ਦੇਖਦੇ ਹਾਂ ਆਪਾਂ ਕਿ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਕਟੌਤੀ। ਆਪਾਂ ਪੜ੍ਹਿਆ ਸੀ 1781 ਦੇ ਸੰਸ਼ੋਧਨ ਅਧੀਨਿਯਮ ਵਿੱਚ ਕੀ ਸੀ? ਜਿਹੜਾ ਸੁਪਰੀਮ ਕੋਰਟ ਸੀ ਉਹਦੇ ਅਧਿਕਾਰ ਖੇਤਰ ਵਿੱਚ ਕਟੌਤੀ ਕੀਤੀ ਗਈ ਸੀ। ਇਹ ਕਟੌਤੀ ਕਿਉਂ ਕੀਤੀ ਗਈ ਸੀ? ਕਿ ਆਪਾਂ ਦੇਖਿਆ ਸੀ ਇਹਦਾ ਮੁੱਖ ਰੀਜ਼ਨ ਸੀਗਾ ਕਿ ਇਹਨਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਜਿਹੜਾ ਗਵਰਨਰ ਜਨਰਲ ਅਤੇ ਉਹਦੀ ਜਿਹੜੀ ਕੌਂਸਲ ਹੈ ਉਹਦਾ ਸੁਪਰੀਮ ਕੋਰਟ ਨਾਲ ਅਧਿਕਾਰ ਖੇਤਰ ਨੂੰ ਲੈ ਕੇ ਟਕਰਾਵ ਰਹਿੰਦਾ ਸੀ। ਇੱਕ ਟਕਰਾਵ ਨੂੰ ਖਤਮ ਕਰਨ ਲਈ ਕੀ ਕੀਤਾ ਗਿਆ ਸੀ? ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਕਟੌਤੀ ਕੀਤੀ ਗਈ ਸੀ। ਫਿਰ ਕਿਹਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਗਿਆ ਸੀ? ਗਵਰਨਰ ਜਨਰਲ ਅਤੇ ਉਹਦੀ ਕੌਂਸਲ ਦੇ। ਫਿਰ ਹੋਰ ਦੇਖੀਏ ਆਪਾਂ ਇਹਦੇ ਵਿੱਚ ਕੀ ਕਟੌਤੀ ਕੀਤੀ ਗਈ ਸੀ? ਜਿਹੜੇ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਕਿਹੜੇ ਕੰਮਾਂ ਦੀ ਕਟੌਤੀ ਕੀਤੀ ਗਈ ਸੀ? ਕਿ ਜਿਹੜੇ ਰਾਜ ਸਭਾ ਸੀਗੇ, ਦੀਵਾਨੀ ਮਾਮਲੇ ਸੀ, ਉਹ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚੋਂ ਕੱਢ ਦਿੱਤੇ ਗਏ ਸੀ। ਫਿਰ ਜਿਹੜੇ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਸੀ, ਪਲਸ ਜਿੰਨੇ ਵੀ ਕੰਪਨੀ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਵੀ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਕਿਹੜੇ ਕੰਮਾਂ ਲਈ? ਉਹਨਾਂ ਦੇ ਸ਼ਾਸਕੀ ਕੰਮਾਂ ਲਈ ਜਾਂ ਓਫੀਸ਼ੀਅਲ ਕੰਮਾਂ ਲਈ ਕਹਿ ਦਈਏ ਆਪਾਂ। ਠੀਕ ਹੈ, ਜੇ ਤੁਸੀਂ ਇਸ ਤਰੀਕੇ ਨਾਲ ਯਾਦ ਕਰੋਗੇ ਕਿ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਵਿੱਚ ਕਟੌਤੀ, ਇਹਦੇ ਨਾਲ ਰਿਲੇਟਡ ਤੁਹਾਡੇ ਮਨ ਵਿੱਚ ਆਪਣੇ ਆਪ ਗੱਲਾਂ ਆਉਣੀਆਂ ਚਾਹੀਦੀਆਂ ਕਿ ਹਾਂ
ਕਿਹੜੇ ਕਿਹੜੇ ਕਹਿ ਦਈਏ ਆਪਾਂ ਅਧਿਕਾਰ ਖੇਤਰਾਂ ਵਿੱਚ ਕਟੌਤੀ ਕੀਤੀ ਗਈ ਸੀ, ਕਿਹਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਿਹੜਾ ਤੁਹਾਡਾ ਇਹ ਐਕਟ ਆ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜੂਗਾ। ਤੁਸੀਂ ਕੀ ਕਰਨਾ, ਸਿਰਫ ਇੱਕ ਵਾਰ ਉਹ ਪਹਿਲਾਂ ਪੜ੍ਹਨੇ ਆ, ਫਿਰ ਜੇ ਤੁਸੀਂ ਇਸ ਨਾਲ ਕੀ ਆ ਥੋੜ੍ਹੀ ਰਿਵੀਜ਼ਨ ਕਰੋਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਣਗੇ, ਵਾਰ-ਵਾਰ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ। ਜੇ ਰੱਟਾ ਲਾਓਗੇ ਤਾਂ ਤੁਸੀਂ ਫਿਰ ਭੁੱਲ ਜਾਓਗੇ, ਜੇ ਥੋੜ੍ਹਾ ਜਿਹਾ ਬਹੁਤ ਸਮਝ ਕੇ ਕਰੋਗੇ ਤਾਂ ਤੁਹਾਨੂੰ ਇਹ ਆਸਾਨੀ ਨਾਲ ਯਾਦ ਹੋ ਜਾਣਗੇ। ਹੁਣ ਹੈ 1784 ਦਾ ਪਿਟਸ ਇੰਡੀਆ ਐਕਟ, ਜਿਹੜਾ ਆਪਾਂ ਕੱਲ੍ਹ ਦੀ ਕਲਾਸ ਵਿੱਚ ਪੜ੍ਹਿਆ ਸੀ। ਇਹਦੇ ਵਿੱਚ ਕੀ ਦੇਖਿਆ ਸੀ ਆਪਾਂ, ਜਿਹੜਾ ਗਵਰਨਰ ਜਨਰਲ ਅਤੇ ਉਹਦੀ ਪਰਿਸ਼ਦ ਦਾ ਟਕਰਾਵ ਰਹਿੰਦਾ ਸੀ। ਫਿਰ ਕੀ ਕੀਤਾ ਗਿਆ ਕਿ ਜਿਹੜੇ ਪਰਿਸ਼ਦ ਦੇ ਮੈਂਬਰ ਹੈ ਉਹਨਾਂ ਦੇ ਵਿੱਚ ਕਟੌਤੀ ਕੀਤੀ ਗਈ, 4 ਤੋਂ 3 ਕਰ ਦਿੱਤੇ ਗਏ। ਇਹਦੇ ਵਿੱਚ ਆਪਾਂ ਪੜ੍ਹਿਆ ਕਿ ਤਿੰਨਾਂ ਵਿੱਚੋਂ ਜਿਹੜਾ ਇੱਕ ਮੈਂਬਰ ਹੈ ਉਹ ਪ੍ਰਾਂਤਾਂ ਵਿੱਚੋਂ ਇੱਕ ਚੀਫ ਇਨ ਕਮਾਂਡਰ ਚੁਣਿਆ ਜਾਂਦਾ ਸੀ। ਫਿਰ ਇਸ ਦੇ ਨਾਲ ਆਪਾਂ ਦੇਖਿਆ ਸੀ ਕਿ ਜਿਹੜੇ ਕੰਪਨੀ ਦੇ ਵਪਾਰਿਕ ਕੰਮ ਹੈ ਅਤੇ ਰਾਜਨੀਤਿਕ ਕੰਮ ਅੱਡੋ ਅੱਡ ਕਰ ਦਿੱਤੇ ਸੀ। ਰਾਜਨੀਤਿਕ ਕੰਮ ਕੌਣ ਦੇਖਦਾ ਸੀ, BOC, ਅਤੇ ਕੰਪਨੀ ਦੇ ਵਪਾਰਿਕ ਕੰਮ ਕੌਣ ਦੇਖਦਾ ਸੀ, COD, ਕੋਰਟ ਆਫ ਡਾਇਰੈਕਟਰ। ਜੇ ਤੁਸੀਂ ਇਹ 2 ਗੱਲਾਂ ਯਾਦ ਰੱਖੋਗੇ ਨਾ ਤਾਂ ਤੁਹਾਨੂੰ ਜਿਹੜਾ ਸਾਰਾ ਐਕਟ ਹੈ ਆਪਣੇ ਆਪ ਯਾਦ ਹੋ ਜਾਊਗਾ ਕਿ ਗਵਰਨਰ ਜਨਰਲ ਵਰਸਸ ਪਰਿਸ਼ਦ ਅਤੇ BOC ਪਲੱਸ COD। ਜੇ 2 ਗੱਲਾਂ ਤੁਸੀਂ ਯਾਦ ਕਰ ਲਈਆਂ ਤਾਂ ਤੁਹਾਨੂੰ ਜਿਹੜਾ 1784 ਦਾ ਪਿਟਸ ਇੰਡੀਆ ਐਕਟ ਹੈ ਇਹਦੇ ਨਾਲ ਰਿਲੇਟਡ ਜਿੰਨੀਆਂ ਵੀ ਉਹਦੀਆਂ ਖਾਸੀਅਤ ਸੀਗੀਆਂ, ਵਿਸ਼ੇਸ਼ਤਾਵਾਂ ਸੀਗੀਆਂ, ਤੁਹਾਨੂੰ ਆਪਣੇ ਆਪ ਹੀ ਯਾਦ ਹੋ ਜਾਣਗੀਆਂ। ਅੱਗੇ ਹੈ 1786 ਦਾ ਅਧੀਨਿਯਮ। ਇਹਦੇ ਵਿੱਚ ਕੀ ਸੀ ਕਿ ਲਾਰਡ ਕਾਰਨਵਾਲਿਸ ਅਤੇ ਕਮਾਂਡਰ ਇਨ ਚੀਫ। ਜਦੋਂ ਤੁਸੀਂ 1786 ਦਾ ਅਧੀਨਿਯਮ ਪੜ੍ਹੋਗੇ ਕਿਤੇ ਵੀ ਦਿਖ ਜੇ, ਤੁਹਾਡੇ ਮਨ ਵਿੱਚ ਇੱਕ ਗੱਲ ਹੀ ਹੋਣੀ ਚਾਹੀਦੀ ਹੈ ਕਿ ਲਾਰਡ ਕਾਰਨਵਾਲਿਸ ਕਮਾਂਡਰ ਇਨ ਚੀਫ ਕੀ ਸੀ, ਕਿ ਉਹਨੂੰ ਨਿਯੁਕਤ ਕੀਤਾ ਗਿਆ। ਉਹਨੇ ਕੀ ਮੰਗਿਆ ਗਿਆ ਕਿ ਵਿਸ਼ੇਸ਼ ਮਾਮਲਿਆਂ ਉੱਪਰ ਉਸ ਦੀ ਮਰਜ਼ੀ ਚੱਲੇ, ਕਿ ਉਹਨੂੰ ਕੌਂਸਲ ਦੇ ਨਿਰਣੇ ਜਾਂ ਫੈਸਲੇ ਨਾ ਮੰਨਣ ਦੀ ਜ਼ਰੂਰਤ ਹੋਵੇ, ਕਿ ਆਪਣੀ ਮਰਜ਼ੀ ਨਾਲ ਫੈਸਲਾ ਉਹ ਕਰ ਸਕੇ। ਕਿਹੜੇ ਮਾਮਲਿਆਂ ਵਿੱਚ, ਵਿਸ਼ੇਸ਼ ਮਾਮਲਿਆਂ ਵਿੱਚ। ਦੂਜੀ ਹੈ ਕਿ ਉਹਨੂੰ ਕੀ ਸੀ, ਕਮਾਂਡਰ ਇਨ ਚੀਫ ਬਣਾਇਆ ਜਾਵੇ ਜਾਂ ਸੈਨਾਪਤੀ ਬਣਾਇਆ ਜਾਵੇ। ਜੇ ਤੁਸੀਂ 2 ਗੱਲਾਂ ਯਾਦ ਕਰ ਲਈਆਂ ਕਿ ਲਾਰਡ ਕਾਰਨਵਾਲਿਸ ਕਮਾਂਡਰ ਇਨ ਚੀਫ, ਤਾਂ ਜਿਹੜਾ ਤੁਹਾਨੂੰ ਸਾਰਾ ਐਕਟ ਹੈ ਇਹ ਆਪਣੇ ਆਪ ਹੀ ਯਾਦ ਆ ਜਾਊਗਾ। ਠੀਕ ਹੈ, ਹੁਣ ਆਪਾਂ ਅੱਗੇ ਦੇਖਦੇ ਹਾਂ 1793 ਦਾ ਚਾਰਟਰ ਕਾਨੂੰਨ। ਇਹਦੇ ਵਿੱਚ ਤੁਸੀਂ ਕੀ ਯਾਦ ਰੱਖਣਾ ਹੈ ਕਿ 20 ਸਾਲਾ ਏਕਾਧਿਕਾਰ ਪਲੱਸ BOC ਦੇ ਮੈਂਬਰ ਪਲੱਸ ਕਰਮਚਾਰੀਆਂ ਨੂੰ ਭਾਰਤੀ ਰਾਜਸਭਾ ਵਿੱਚੋਂ ਭੁਗਤਾਨ। ਇਹਦੀਆਂ 2 ਇੰਪੋਰਟੈਂਟ ਗੱਲਾਂ ਯਾਦ ਕਰ ਲਓਗੇ ਤਾਂ ਤੁਹਾਨੂੰ 1793 ਦਾ ਚਾਰਟਰ ਕਾਨੂੰਨ ਯਾਦ ਹੋ ਜਾਊਗਾ। ਕੀ ਸੀ ਇਹਦੇ ਵਿੱਚ, ਜਿਹੜਾ 20 ਸਾਲਾਂ ਏਕਾਧਿਕਾਰ ਵਧਾ ਦਿੱਤਾ ਗਿਆ, ਅਤੇ ਜਿਹੜੇ BOC ਸੀਗੇ, ਜਿਹੜਾ ਕੰਪਨੀਆਂ ਦੇਖਦੇ ਸੀ, ਰਾਜਨੀਤਿਕ ਕੰਮ ਦੇਖਦਾ ਸੀਗਾ ਬ੍ਰਿਟੇਨ ਵਿੱਚ, ਕਿ ਉਹਦਾ ਜਿਹੜਾ ਖਰਚਾ ਸਾਰਾ ਉਹ ਕਿੱਥੋਂ ਕੀਤਾ ਜਾਵੇ, ਭਾਰਤੀ ਰਾਜਸਭਾ ਵਿੱਚੋਂ। ਜੇ 20 ਸਾਲਾਂ ਏਕਾਧਿਕਾਰ ਦੀ ਗੱਲ ਕਰੀਏ, ਆਪਾਂ ਪਹਿਲਾਂ ਪੜ੍ਹਿਆ ਸੀ 73 ਵਿੱਚ ਰੈਗੂਲੇਟਿੰਗ ਐਕਟ ਆਇਆ ਸੀ। ਇਸ ਤੋਂ ਬਾਅਦ ਕਦੋਂ ਆਇਆ, 20 ਸਾਲਾਂ ਬਾਅਦ 1793 ਵਿੱਚ। ਫਿਰ ਇਸ ਤੋਂ ਬਾਅਦ ਫਿਰ 20 ਸਾਲਾਂ ਬਾਅਦ ਆਊਗਾ 1813 ਵਿੱਚ, ਜਿਹੜਾ ਕਿ ਆਪਾਂ ਅਗਲੀ ਕਲਾਸ ਵਿੱਚ ਕਰਾਂਗੇ ਕਿ ਇਸ ਤਰੀਕੇ ਨਾਲ ਕੀ ਸੀ, ਇਹ 20 ਸਾਲਾਂ ਬਾਅਦ ਇੱਕ ਚਾਰਟਰ ਕਾਨੂੰਨ ਭੇਜਦੀ ਸੀਗੀ ਬ੍ਰਿਟੇਨ ਦੀ ਸੰਸਦ ਸੀ, ਜਿਹੜੀ 20 ਸਾਲਾਂ ਬਾਅਦ ਏਕਾਧਿਕਾਰ ਦਿੰਦੀ ਰਹੀ। ਇਹ ਆਪਾਂ ਦੇਖਾਂਗੇ ਅੱਗੇ ਜਾ ਕੇ ਕਿ ਕਦੋਂ ਇਹ ਖਤਮ ਹੋਇਆ। ਅਤੇ ਆਪਾਂ ਜੇ ਹੋਰ ਗੱਲ ਕਰੀਏ ਕਿ ਜਿਹੜੇ ਰੈਗੂਲੇਟਿੰਗ ਐਕਟ 1773 ਸੀਗੀਆਂ, ਰੈਗੂਲੇਟਿੰਗ ਐਕਟ 1773 ਸੀਗਾ, ਇਹਦੀਆਂ ਕਮੀਆਂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਜਿਹੜਾ ਐਕਟ ਆਇਆ ਸੀ 1781 ਵਿੱਚ ਆਇਆ। ਫਿਰ ਇਹਦਾ 1784 ਵਿੱਚ ਪਿਟਸ ਇੰਡੀਆ ਐਕਟ ਆਇਆ। ਫਿਰ 1786 ਦਾ ਵੀ ਐਕਟ ਸੀ ਜਿਹੜਾ ਇਸ ਦੀਆਂ ਕਮੀਆਂ ਨੂੰ ਹੀ ਦੂਰ ਕਰਨ ਲਈ ਲਿਆਂਦਾ ਗਿਆ ਸੀਗਾ। ਜਿਹੜੇ 3 ਐਕਟ ਹੈ ਕਾਹਦੇ ਲਈ ਆਏ ਸੀਗੇ, 1781 ਦਾ, 1784 ਦਾ, 1786 ਦਾ। ਇਹ ਤਿੰਨੇ ਐਕਟ ਆਏ ਸੀਗੇ ਰੈਗੂਲੇਟਿੰਗ ਐਕਟ 1773 ਦੀਆਂ ਕਮੀਆਂ ਨੂੰ ਦੂਰ ਕਰਨ ਲਈ। ਹਾਂਜੀ, ਉਮੀਦ ਕਰਦਾ ਜਿਹੜਾ ਤੁਹਾਨੂੰ ਇਹ ਸਾਰੇ ਐਕਟ ਹੈ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਤੁਹਾਨੂੰ ਯਾਦ ਹੋ ਗਏ ਹੋਣਗੇ। ਅਤੇ ਇਸ ਦੇ ਨਾਲ ਹੀ ਅੱਜ ਦੀ ਮੇਰੀ ਜਿਹੜੀ ਕਲਾਸ ਹੈ ਸਮਾਪਤ ਹੁੰਦੀ ਹੈ। ਜੇ ਤੁਹਾਨੂੰ ਮੇਰੀ ਕਲਾਸ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਧੰਨਵਾਦ ਜੀ।